करनाज किसानां दा धरना खत्म। एसडीएम आयुष सिन्हा मामले दी रिटायर्ड जज करनगे जांच। मृतक किसान दे परिवार नूं मिलणगीआं 2 नौकरियां। सहमति तो बाद किसानां ने प्रशासन ने कीती सांझी प्रेस कॉन्फ्रेंस। दो 2022 ਦੀਆਂ ਚੋਣਾਂ ਤੱਕ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਮਿਲਿਆ ਹਾਈਕੋਰਟ ਦਾ ਸੁਰੱਖਿਆ ਕਵਚ। ਅਦਾਲਤ ਨੇ ਗ੍ਰਿਫਤਾਰੀ ਤੋਂ ਲੈ ਕੇ ਜਾਂਚ ਤੱਕ ਸਭ ਤੇ ਲਾਈ ਰੋਕ। ਕਿਹਾ ਇੱਕ ਤੋਂ ਬਾਅਦ ਇੱਕ ਮੁਕੱਦਮੇ ਦੇ ਪਿੱਛੇ ਹੋ ਸਕਦੀ ਹੈ ਸਿਆਸੀ ਚਾਲ। ਬੇਅਦਬੀ ਮਾਮਲੇ 'ਚ ਨਾਮਜ਼ਦ ਡੇਰਾ ਪ੍ਰੇਮੀਆਂ ਦੀ ਸੁਰੱਖਿਆ ਨੂੰ ਲੈ ਕੇ ਵਧੀ ਚਿੰਤਾ। ਡੇਰਾ ਪ੍ਰੇਮੀ ਸ਼ਕਤੀ ਸਿੰਘ ਤੇ ਘਰ ਵੜੇ ਅਣਪਛਾਤੇ ਲੋਕ ਸ਼ਕਤੀ ਸਿੰਘ ਦੇ ਘਰ ਨਾ ਮਿਲਣ ਤੇ ਪਰਤੇ ਵਾਪਸ। ਸੀਸੀਟੀਵੀ 'ਚ ਕੈਦ ਹੋਈਆਂ ਤਸਵੀਰਾਂ। ਬਟਾਲਾ ਵਿੱਚ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਵੱਖ-ਵੱਖ ਥਾਵਾਂ ਤੇ ਮੀਟਿੰਗਾਂ। ਕਾਂਗਰਸ ਵਰਕਰਾਂ ਨੂੰ ਲਾਮਬੰਦ ਕਰਨ ਲੱਗੇ ਪ੍ਰਤਾਪ ਸਿੰਘ ਬਾਜਵਾ। ਵਿਧਾਨ ਸਭਾ ਚੋਣ ਲੜਨ ਦੀ ਜਤਾ ਚੁੱਕੇ ਨੇ ਇੱਛਾ। ਹੁਸ਼ਿਆਰਪੁਰ ਦੇ ਪਿੰਡ ਹਰਖੋਵਾਲ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਲੱਗੀ ਅੱਗ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਹੋਏ ਅਗਨ-ਭੇਟ। ਸ਼ਾਰਟ ਸਰਕਟ ਦੇ ਨਾਲ ਅੱਗ ਲੱਗਣ ਦਾ ਜਤਾਇਆ ਜਾ ਰਿਹਾ ਖਦਸ਼ਾ। ਸਿੱਖ ਸ਼ਰਧਾਲੂਆਂ ਨੂੰ ਕੇਂਦਰ ਸਰਕਾਰ ਦੇਣ ਜਾ ਰਹੀ ਹੈ ਤੋਹਫਾ। 4 ਤਖਤਾਂ ਦੇ ਦਰਸ਼ਨ ਕਰਵਾਏਗੀ ਗੁਰਦੁਆਰਾ ਸਰਕਿਟ ਟ੍ਰੇਨ। 11 ਦਿਨਾਂ 'ਚ ਅੰਮ੍ਰਿਤਸਰ, ਪਟਨਾ, ਨਾਂਦੇੜ ਤੇ ਬਠਿੰਡਾ ਦਾ ਕਰੇਗੀ ਸਫ਼ਰ। ਪੰਜਾਬ ਹਰਿਆਣਾ ਹਾਈਕੋਰਟ ਦੇ ਰਿਟਾਇਰਡ ਜੱਜ ਹਰੀਪਾਲ ਵਰਮਾ ਹੋਣਗੇ ਹਰਿਆਣਾ ਦੇ 5ਵੇਂ ਲੋਕਪਾਲ। ਸ਼ਾਮ 4 ਵਜੇ ਰਾਜ ਭਵਨ 'ਚ ਅਹੁਦੇ ਦਾ ਹਲਫ ਲੈਣਗੇ ਹਰੀਪਾਲ ਵਰਮਾ। ਗੁਜਰਾਤ ਦੇ ਵਫਦ ਨੇ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਨਾਲ ਕੀਤੀ ਮੁਲਾਕਾਤ। ਖੇਡ ਨੀਤੀ ਦੇ ਬਾਰੇ ਲਈ ਜਾਣਕਾਰੀ। ਓਲੰਪਿਕ 'ਚ ਹਰਿਆਣਾ ਦੇ ਖਿਡਾਰੀਆਂ ਦੇ ਪ੍ਰਦਰਸ਼ਨ ਤੋਂ ਗੁਜਰਾਤ ਵਫਦ ਹੋਇਆ ਪ੍ਰਭਾਵਿਤ। ਭਾਰੀ ਮੀਂਹ ਤੋਂ ਬਾਅਦ ਦਿੱਲੀ ਦੇ ਉਸ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਔਰੇਂਜ ਅਲਰਟ ਜਾਰੀ। ਬਹਾਦਰਗੜ੍ਹ ਦੇ ਵਿੱਚ ਤੇਜ਼ ਮੀਂਹ ਤੋਂ ਬਾਅਦ ਭਰਿਆ ਪਾਣੀ। ਲੋਕਾਂ ਦੀ ਜ਼ਿੰਦਗੀ ਹੋਈ ਮੁਸ਼ਕਿਲ ਦੇ ਵਿੱਚ। ਸਤਿ ਸ਼੍ਰੀ ਅਕਾਲ। ਸਮੇਂ ਦੇ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ ਹੈ। ਮੈਂ ਤੁਹਾਡੇ ਨਾਲ ਖੁਸ਼ਰੋ ਸੰਧੂ। ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ, ਹਰਿਆਣਾ, ਹਿਮਾਚਲ ਤੇ ਫਿਲਹਾਲ ਵੱਡੀ ਖਬਰ ਤੋਂ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ। ਕਰਨਾਲ ਦੇ ਵਿੱਚ ਕਿਸਾਨਾਂ ਦਾ ਧਰਨਾ ਖਤਮ ਹੋਇਆ। ਪ੍ਰਸ਼ਾਸਨ ਦੇ ਨਾਲ ਸਹਿਮਤੀ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਸਾਂਝੀ ਪ੍ਰੈਸ ਕਾਨਫਰੰਸ ਕੀਤੀ ਹੈ ਪ੍ਰਸ਼ਾਸਨ ਤੇ ਕਿਸਾਨਾਂ ਨੇ। ਸੋ ਕਰਨਾਲ ਦੇ ਵਿੱਚ ਬੀਤੇ ਕਈ ਦਿਨਾਂ ਤੋਂ ਧਰਨਾ ਚੱਲ ਰਿਹਾ ਸੀ ਔਰ ਐਸਡੀਐਮ ਆਯੂਸ਼ ਸਿन्हा ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ। ਸੋ ਪ੍ਰਸ਼ਾਸਨ ਦੇ ਨਾਲ ਸਹਿਮਤੀ ਬਣ ਚੁੱਕੀ ਹੈ, ਜਿਸ ਤੋਂ ਬਾਅਦ ਧਰਨਾ ਖਤਮ ਹੋਇਆ। ਐਸਡੀਐਮ ਆਯੂਸ਼ सिन्हा ਦੇ ਖਿਲਾਫ ਨਿਆਇਕ ਜਾਂਚ ਹੋਵੇਗੀ। ਹਾਈਕੋਰਟ ਦੇ ਰਿਟਾਇਰਡ ਜੱਜ ਜਿਹੜੇ ਨੇ ਉਹ ਜਾਂਚ ਕਰਨਗੇ ਔਰ 1 ਮਹੀਨੇ ਦੀ ਛੁੱਟੀ ਤੇ ਭੇਜੇ ਗਏ ਨੇ ਆਯੂਸ਼ सिन्हा। ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ 2 ਨੌਕਰੀਆਂ ਮਿਲਣਗੀਆਂ। ਇਹ ਵੀ ਜਾਣਕਾਰੀ ਦੇ ਦੀ ਹੈ, ਜਿਸ ਤੇ ਕਿ ਸਹਿਮਤੀ ਬਣਦੀ ਹੋਈ ਨਜ਼ਰ ਆਈ ਹੈ। ਡੀਸੀ ਰੇਟ ਤੇ ਦਿੱਤੀਆਂ ਜਾਣਗੀਆਂ 2 ਨੌਕਰੀਆਂ। ਸਹਿਮਤੀ ਤੋਂ ਬਾਅਦ ਪ੍ਰਸ਼ਾਸਨ ਤੇ ਕਿਸਾਨਾਂ ਨੇ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਲੰਬੇ ਸਮੇਂ ਤੋਂ ਇਹ ਵਿਵਾਦ ਚੱਲ ਰਿਹਾ ਸੀ ਕਿ ਜਦੋਂ ਲਾਠੀ ਚਾਰਜ ਹੋਇਆ ਕਰਨਾਲ ਦੇ ਵਿੱਚ ਉੱਥੇ ਹਾਲਾਤ ਜੋ ਬਣੇ, ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਇੱਥੇ ਪੱਕਾ ਧਰਨਾ ਲਾ ਦਿੱਤਾ ਗਿਆ ਕਿਉਂਕਿ ਇੱਕ ਕਿਸਾਨ ਦੀ ਲਾਠੀ ਚਾਰਜ ਤੋਂ ਬਾਅਦ ਮੌਤ ਵੀ ਹੋਈ ਸੀ ਔਰ ਉਸ ਤੋਂ ਬਾਅਦ ਕਈ ਜਿਹੜੇ ਕਿਸਾਨ ਜ਼ਖਮੀ ਹੋਏ ਸੀ। ਸੋ ਜਿਸ ਨੂੰ ਮੁਆਵਜ਼ੇ ਨੂੰ ਲੈ ਕੇ ਔਰ ਇਸ ਤੋਂ ਇਲਾਵਾ ਐਸਡੀਐਮ सिन्हा ਦੇ ਖਿਲਾਫ ਕਤਲ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਕਿ 302 ਦਾ ਪਰਚਾ ਪਾਇਆ ਜਾਵੇ ਔਰ ਇਸ ਤੋਂ ਇਲਾਵਾ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਸੋ ਕੁੱਲ ਮਿਲਾ ਕੇ ਹਾਲਾਤਾਂ ਨੂੰ ਵੇਖਦੇ ਹੋਏ ਸਾਰੇ ਸਹਿਮਤੀ ਬਣਦੀ ਹੋਈ ਪ੍ਰਸ਼ਾਸਨ ਤੇ ਕਿਸਾਨਾਂ ਦੇ ਵਿਚਕਾਰ ਨਜ਼ਰ ਆਈਏ ਤੇ ਇਕੱਠੇ ਹੀ ਦੋਵਾਂ ਦੇ ਵੱਲੋਂ ਕਿਸਾਨ ਔਰ ਪ੍ਰਸ਼ਾਸਨ ਇਕਜੁੱਟ ਹੋ ਕੇ ਪ੍ਰੈਸ ਕਾਨਫਰੰਸ ਕਰਦੇ ਹੋਏ ਨਜ਼ਰ ਆਏ ਨੇ ਕਿਉਂਕਿ ਸਹਿਮਤੀ ਤੋਂ ਬਾਅਦ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਧਰਨਾ ਚੁੱਕ ਲਿਆ ਜਾਵੇਗਾ ਔਰ ਖਤਮ ਕਰ ਦਿੱਤਾ ਗਿਆ ਧਰਨਾ। ਸੋ ਸਹਿਮਤੀ ਬਣੀ ਹੈ ਔਰ ਹੁਣ ਐਸਡੀਐਮ ਆਯੂਸ਼ सिन्हा ਜਿਹੜੇ ਨੇ ਪਿੰਨੇ ਛੁੱਟੀ ਤੇ ਰਹਿਣਗੇ ਔਰ ਇਸ ਵਿਚਕਾਰ ਨਿਆਇਕ ਜਾਂਚ ਹੋਵੇਗੀ ਤੇ ਨਾਲ ਹੀ ਇਸ ਤੋਂ ਇਲਾਵਾ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ 2 ਨੌਕਰੀਆਂ ਦੇਣ ਦਾ ਵੀ ਐਲਾਨ ਕਰ ਦਿੱਤਾ ਗਿਆ। 2 ਨੌਕਰੀਆਂ ਮਿਲਣਗੀਆਂ ਔਰ ਡੀਸੀ ਰੇਟ ਤੇ ਇਹ ਨੌਕਰੀਆਂ ਦਿੱਤੀਆਂ ਜਾਣਗੀਆਂ। ਸੋ ਸਹਿਮਤੀ ਬਣ ਚੁੱਕੇ। ਦੱਸਦੇ ਹੈ ਕਿ ਨਿਊਜ਼ 18 ਦੀ ਖਬਰ ਤੇ ਮੋਹਰ ਲੱਗੀ ਹੈ ਕਿਉਂਕਿ ਪਹਿਲਾਂ ਹੀ ਦਰਸ਼ਕਾਂ ਤੱਕ ਜਾਣਕਾਰੀ ਪਹੁੰਚਾ ਦਿੱਤੀ ਗਈ ਸੀ ਕਿ ਇਸ ਤਰ੍ਹਾਂ ਦੇ ਨਾਲ ਇਹ ਸਾਰੀ ਸਹਿਮਤੀ ਜਿਹੜੀ ਆ ਉਹ ਬਣ ਸਕਦੀ ਹੈ। ਸੋ ਨਿਊਜ਼ 18 ਦੀ ਖਬਰ ਤੇ ਮੋਹਰ ਲੱਗਦੀ ਹੋਈ ਨਜ਼ਰ ਆਈ। ਸੋ ਐਸਡੀਐਮ ਆਯੂਸ਼ सिन्हा ਦੇ ਖਿਲਾਫ ਨਿਆਇਕ ਜਾਂਚ ਹੋਵੇਗੀ ਹੁਣ ਕਿਉਂਕਿ ਜਿਨ੍ਹਾਂ ਦੀ ਵੀਡੀਓ ਵਾਇਰਲ ਹੋਈ ਸੀ ਜੋ ਉਸ ਵੇਲੇ ਲਾਠੀ ਚਾਰਜ ਹੋਇਆ ਸੀ। ਸੋ ਉਸ ਵੀਡੀਓ ਤੋਂ ਬਾਅਦ ਕਿਸਾਨਾਂ ਦੇ ਵਿੱਚ ਗੁੱਸਾ ਵਧਿਆ, ਜਿਸ ਤੋਂ ਬਾਅਦ ਉਹਨਾਂ ਨੇ ਧਰਨਾ ਤੱਕ ਲਾਇਆ। ਧਰਨਾ ਜਿਹੜਾ ਉਹ ਕਈ ਦਿਨ ਚੱਲਿਆ
दिन रात ਉੱਥੇ ਹੀ ਡਟੇ ਰਹੇ ਸੀ ਕਿਸਾਨ, ਉੱਥੇ ਹੀ ਪੱਕਾ ਮੋਰਚਾ ਲਾ ਦਿੱਤਾ ਸੀ, ਟੈਂਟ ਲਗਾ ਕੇ। ਕੁੱਲ ਮਿਲਾ ਕੇ ਇਸ ਕਤਰੇ ਦੇ ਬਾਹਰ ਵੱਡੀ ਤਾਦਾਦ ਕਿਸਾਨਾਂ ਦੀ ਨਜ਼ਰ ਆ ਰਹੀ ਸੀ ਤੇ ਅੱਜ ਹਾਲ ਹੀ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਗੁਰਨਾਮ ਚੜੂਨੀ ਉਸ ਪ੍ਰੈਸ ਕਾਨਫਰੰਸ 'ਚ ਨਜ਼ਰ ਆਏ ਸੀ ਪ੍ਰਸ਼ਾਸਨ ਦੇ ਨਾਲ ਔਰ ਉਹਨਾਂ ਨੇ ਸਾਫ਼ ਤੌਰ ਤੇ ਐਲਾਨ ਕਰ ਦਿੱਤਾ ਕਿ ਇਹ ਮਸਲਾ हल होया और फाइनल स्टेज पे होंगे और जो जो हमारी सहमति हुई है दोनों पक्षों में सरकार की तरफ से कृषि नेताओं के बीच में बहुत ही पॉजिटिव माहौल में बहुत सौहार्दपूर्ण वातावरण में हुई है और हमारी आम सहमति से ये निर्णय जो हुए हैं उनकी मैं घोषणा आपके सामने कर रहा हूँ कि इस सारे प्रकरण में हरियाणा सरकार 28 अगस्त 2021 को बस्ताड़ा टोल पर हुए घटनाक्रम की न्यायिक जांच करवाएगी और ये जांच हाई कोर्ट के रिटायर्ड जज से करवाई जाएगी एवं जांच यथासंभव 1 माह में पूर्ण होगी। और पूर्व एसडीएम श्री आयुष सिन्हा जी इस दौरान छुट्टी पर रहेंगे और हरियाणा सरकार मृतक किसान सतीश काजल के 2 परिवारजनों को सरकार डीसी रेट पर सैंक्शनड पोस्ट पर नौकरी देगी यहीं पे करनाल डिस्ट्रिक्ट। तो ये मोटे तौर पे हमारा समझौता हुआ है और इस पर दोनों पक्षों की पूर्ण रूप से सहमति है। हल निकल गया है। उसमें जो 2-3 मांगे हमने रखी थी वो करीब करीब सारी मानी जा चुकी हैं। जहाँ तक मृत परिवार की भरपाई का सवाल था वो हमने 1 नौकरी मांगी थी, लेकिन कल हमने उसके लिए 2 नौकरियां मांगी हैं। तो 2 नौकरियां सरकार ने मंजूर कर ली हैं, प्रशासन ने 2 नौकरियां उसकी रखी जाएंगी। और डीसी रेट 2 तरह का होता है, एक तो होता है सीधा रख लें उसको जब मर्जी निकाल दें और वो पक्का नहीं होता, एक होता है पोस्ट के इंगेस्ट रखी जाए, वो बाद में पक्के होने के उसके चांस होते हैं। तो दोनों नौकरियाँ पोस्ट के इंगेस्ट होंगी। और दूसरा जो है जो जांच है वो हमारे वकीलों ने एक राय दी थी कि हम सीधी FIR की जो मांग कर रहे हैं वो हमारा कमज़ोर है। अगर उस पर सीधी FIR दर्ज होती है तो यहीं के प्रशासन ने उसकी इंक्वायरी करनी है, यहीं के थानेदार ने करनी है, तो वो उसकी इंक्वायरी अपने अधिकारियों के विरुद्ध करेगा नहीं, तो वो उसको कमज़ोर करेगा, उसको रद्द करेगा, उसको आने बहाने से उसको वो निपटाएगा। और अधिकारी जो है वो कोर्ट में भी जा सकते हैं, कोर्ट को क्वेश्चन करेगा। लेकिन अगर हाई कोर्ट का जज इंक्वायरी करके और फ्रेश FIR दर्ज करवाता है तो वो हमारा सबसे मजबूत रहेगा। ਤੇ ਤਨਾਜ਼ਾ ਖਤਮ ਹੋਇਆ ਤੇ ਤਨਾਜ਼ਾ ਖਤਮ ਹੋਣ ਤੇ ਕਿਸਾਨਾਂ ਦੇ ਨਾਲ ਗੱਲ ਕੀਤੀ ਹੈ ਸਾਡੇ ਸਹਿਯੋਗੀ ਹਿਮਾਂਸ਼ੂ ਨਾਰੰਗ ਨੇ। हो चुका है, कई मांगे मान ली गई हैं, किसान नेता बाहर जाकर ऐलान करेंगे। हमारे साथ कुछ किसान नेता मौजूद हैं। मांगे तो मान ली गई हैं, लेकिन मेन जो धरना चल रहा है आपका सिंगू बॉर्डर पर वो तो जारी रहेगा। लेकिन क्या बीजेपी नेताओं का अभी भी विरोध करेंगे आप? बिल्कुल करेंगे, बीजेपी जेजेपी दोनों का विरोध करेंगे। कहीं पर भी आएंगे काले झंडे दिखाएंगे और उनके मुर्दाबाद के नारे भी लगाएंगे। आप देख सकते हैं और किसान नेता भी हैं, क्या कुछ कहना चाहेंगे? देखिए जी, ये कॉमन मिनिमम प्रोग्राम हुआ था प्रेस कॉन्फ्रेंस में बात करने के लिए और इसमें लिखा हुआ है, इसमें फर्क सिर्फ एक है, इसमें ये लिखा हुआ है अभी 1 महीने में जांच का समय और 1 महीने की SDM छुट्टी। ये बात भी सहमति से हुई है। अगर जांच में 6 महीने भी लगे तो छुट्टी भी 6 महीने, छुट्टी भी SDM की 6 महीने ही रहेगी। जो करनाल के अंदर एक वीडियो वायरल हुआ था उससे जुड़ा हुआ पूरा प्रकरण सामने निकल कर आया। 2 बड़ी बातें जो मान ली गई हैं वो ये कि रिटायर्ड जस्टिस पूरे मामले की जांच करेंगे और DC रेट पर 2 नौकरियां दी जाएंगी। लेकिन किसान नेताओं का कहना है कि इसी तरीके से बीजेपी और जेजेपी नेताओं का विरोध प्रदर्शन जारी रहेगा हरियाणा के अलग अलग जिलों में। न्यूज़ 18 के लिए करनाल से हिमांशु नारंग। ਸੋ ਉਧਰ ਗੱਲ ਕੀਤੀ ਜਾਵੇ ਤਾਂ 2022 ਦੀਆਂ ਚੋਣਾਂ ਤੱਕ ਸੁਮੇਧ ਸੈਣੀ ਨੂੰ ਵੱਡੀ ਰਾਹਤ ਮਿਲੀ ਹੈ। ਸੋ ਚੋਣਾਂ ਤੱਕ ਸਾਬਕਾ DGP ਸੁਮੇਧ ਸੈਣੀ ਦੀ ਗ੍ਰਿਫਤਾਰੀ ਤੇ ਰੋਕ ਲਗਾ ਦਿੱਤੀ ਗਈ। ਕਹਿ ਸਕਦੇ ਹਾਂ ਕਿ ਸਭ ਤੋਂ ਵੱਡੀ ਰੋਕ ਲੱਗੀ ਹੈ। ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਹ ਫੈਸਲਾ ਸੁਣਾਇਆ ਗਿਆ, ਨਵੇਂ ਜਾਂ ਪੁਰਾਣੇ ਕੇਸ ਦੇ ਵਿੱਚ गिरफ्तारी नहीं होगी। एक तो बाद एक मुकदमे के पिछे हो सकती है सियासत। हाई कोर्ट ने खदशे जताए ने जिस तो बाद बड़ा फैसला सुनाया गया। सो बलवंत मुल्तानी केस नूं छड्ड के बाकी केसां दे विच राहत दे दित्ती गई है। बलवंत मुल्तानी केस की सुनवाई सुप्रीम कोर्ट दे विच मटोर थाणे दे विच सैनी के खिलाफ यह मुल्तानी केस जिहड़ा है वो दर्ज है। सो कई मामलों के विच लगातार पेशियां भुगत रहे ने सुमेध सैनी उन्हां दी गल कीती जावे और पिछले दिनी विजिलेंस दे वल्लों 1 दिन के लिए गिरफ्तार भी किया गया सी। उस तो बाद जिहड़ी है जमानत मिल गई सी ते उस तो बाद ही इस पटिशन की सुनवाई हुई कि गिरफ्तारी आज जदों जांच दे विच सुमेध सैनी शामिल होना सी तो क्यों की गई, उस ते एतराज जताया गया सी, जिस तो बाद
ਸੁਣਵਾਈ ਹੁੰਦੀ ਗਈ। ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਵੀ ਆਪਣੇ ਤੌਰ ਤੇ ਇੱਕ ਪਟੀਸ਼ਨ ਜਿਹੜੀ ਉਹ ਪਾਈ ਗਈ ਸੀ ਔਰ ਵਿਜੀਲੈਂਸ ਦੇ ਵੱਲੋਂ ਜੋ ਗ੍ਰਿਫਤਾਰੀ ਕੀਤੀ ਗਈ ਉਸ ਬਾਬਤ। ਸੋ ਹੁਣ ਇੱਕ ਵੱਡਾ ਫੈਸਲਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਸੁਣਾ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ 2022 ਦੀਆਂ ਚੋਣਾਂ ਤੱਕ ਜਿਹੜੀ ਹੈ ਉਹ ਗ੍ਰਿਫਤਾਰੀ ਨਹੀਂ ਹੋ ਸਕਦੀ। ਹਾਲਾਂਕਿ ਜਾਂਚ ਚੱਲ ਰਹੀ है, पेशियां भुगत रहे ने और लगातार जी है कार्रवाई जी हो रही है, कोर्ट की होवे या फिर जांच दे विच शामिल होना होवे, पर गिरफ्तारी नहीं हो सकती। गिरफ्तारी इस करके नहीं हो सकती क्योंकि सियासी मुद्दा जिहड़ा बन सकता है, इससे खदशा जताते हुए नजर आए ने। कोर्ट दे ऑर्डर कहते हैं considering it to be a case of exceptional circumstance and hardship being caused to the petitioner by the state of Punjab within bracket on political grounds, there will be clear stay for the rest of the petitioner in all cases। ਪੰਜਾਬੀ ਚ ਇਹਨਾਂ ਦੇ ਉੱਤੇ ਜਿੰਨੇ ਕੇਸ ਆ ਉਹਨਾਂ ਸਾਰੇ ਕੇਸਾਂ 'ਚ ਇਹਨਾਂ ਦੀ ਸਟੇ ਆਫ ਅਰੈਸਟ ਰਹੂਗੀ ਔਰ ਲਾਈਕਲੀ ਟੂ ਬੀ ਰਜਿਸਟਰਡ, ਜਿਹੜੇ ਕਿ ਗਾਂ ਨੂੰ ਸੋਚ ਸਕਦੀ ਹੈ ਗਵਰਨਮੈਂਟ ਇਹਨੂੰ ਫਿਰ ਅੱਗੇ ਇੰਪਲੀਕੇਟ ਕਰਨ ਤੋਂ, ਲਾਈਕਲੀ ਟੂ ਬੀ ਅਰੈਸਟਡ ਔਰ ਰਜਿਸਟਰਡ ਔਰ ਵੇਅਰ ਹੀ ਸੌਟ ਟੂ ਬੀ ਇੰਪਲੀਕੇਟਡ ਵਿਦ ਦ ਏਡ ਆਫ, ਜਾਂ ਇਹਨਾਂ ਨੂੰ ਕਿਤੇ ਸਾਜ਼ਿਸ਼ ਦੇ ਤੌਰ ਤੇ 120 ਵਿੱਚ ਪਾਉਣ ਦੀ ਸਾਜ਼ਿਸ਼ ਕੋਈ ਗਵਰਨਮੈਂਟ ਦੀ ਕੋਈ ਹੋਊਗੀ ਤਜਵੀਜ਼, ਉਹ ਸਾਰਿਆਂ ਤੇ ਪਾਬੰਦੀ ਲਾਤੀ ਗਈ ਹੈ। ਇਹ ਬਲੈਂਕੇਟ ਆਰਡਰ ਆਫ ਪ੍ਰੋਟੈਕਸ਼ਨ ਦਿੱਤਾ ਗਿਆ ਵਿਚ ਇਜ਼ ਏ ਰੇਅਰੈਸਟ ਆਫ ਦ ਰੇਅਰ ਆਰਡਰ ਇਨ ਦ ਹਿਸਟਰੀ ਆਫ ਜੁਡੀਸ਼ਰੀ। तो कुल मिला के की कुछ है सारा मामला एक बार ग्राफिक के जरिए वेख लेने हैं कि आखिरकार किस तरह के नाल मामले की जांच चल रही है और अगे वास्ते पंजाब एंड हरियाणा हाई कोर्ट के वालों की कुछ हुक्म जिहड़े ने दिते गए ने। सो हाई कोर्ट ने सुनाई है पंचतंत्र की कहानी। एक सुमेश सैनी के केस की सुनवाई दौरान पंजाब हरियाणा हाई कोर्ट ने पंचतंत्र की कहानी सुनाई। कोर्ट ने कहा कि एक बांदर एक पिंड में घुसपैठ कर दिंदा है, पिंड के सारे बुढ़े जवान उसनूं भजाउण की कोशिश करते हैं, तो बांदर एक उच्चे दरख्त ते चढ़ जाता है। उसनूं पता ही नहीं हुंदा कि सारे उसके पिछे क्यों पए हुए हैं। इस दौरान पिंड का सरपंच उत्थे अपनी छड़ी लैके आ जाता है, भीड़ नूं वेखदा है ते घटना बारे पुछदा है। भीड़ चों एक व्यक्ति अगे आउंदा है ते कहंदा है कि मैं लंबड़दार हाँ, राजा ने मैनूं अपना नुमाइंदा नियुक्त कीता है ते इस बांदर नूं पिंड तो बाहर कड्ढण लई गया। पुछदा है तुसीं बांदर नूं पिंड चों क्यों कड्ढना चाहुंदे हो? लंबड़दार जवाब दिंदा है मैं राजा दा नुमाइंदा हाँ, तेरा ये पुछण दा मतलब नहीं बनदा। पुछदा है कि तुसीं सारे एक पासे हो? सारी भीड़ कहदी है। सरपंच फिर पुछदा है बांदर वाली साइड कौन है, तां उत्थे चुप पसर जांदी है। लंबड़दार कहंदा है कि तुसीं उम्मीद करदे हो कि बांदर वाल कोई होवेगा। सरपंच हसदा है, अपनी छड़ी उपर चुकदा है ते कहंदा है कि यह बेइंसाफी है, मैं बांदर वाल हाँ ते तुहानूं इस नूं भजाउण दी इजाजत नहीं देवांगा जदों तक तुसीं इस नूं भजाउण दा कोई टुकवा कारण नहीं दसदे। क्या है कि ये ने न्याय व्यवस्था है, न्याय तक पहुंचने के लिए सारे का पक्ष सुनना जरूरी है। सो ये पंचतंत्र की कहानी हाई कोर्ट ने सुनाई है। कुल मिला के इस कहानी तो सब समझ ही गए होंगे बाखूबी कि आखिरकार कोर्ट की कुछ कहना चाहता है। कुल मिला के 2022 तक गिरफ्तारी से जी है वो तर्क दे के रोक लगाई गई है। सो कुल मिला के कहानी जी है वो बांदर दे सुनाई गई है कि आखिरकार किस तरह के नाल की कुछ जिहड़ा है वो तथ्य कुल मिला के हाई कोर्ट अपने रखता हुआ नजर आया। सो सुमेश सैनी के केस की सुनवाई दौरान पंजाब हरियाणा हाई कोर्ट ने पंचतंत्र की कहानी सुनाई है। उन्होंने कहा कि एक बांदर एक पिंड दे विच घुसपैठ कर दिंदा है, पिंड के सारे बुढ़े जवान उसनूं भजाउण की कोशिश करते हैं, तो बांदर एक उच्चे दरख्त ते चढ़ जाता है। उसनूं पता ही नहीं हुंदा कि सारे उसके पिछे क्यों पए हुए ने। इस दौरान पिंड का सरपंच उत्थे अपनी छड़ी लेके आउंदा है ते भीड़ नूं वेखदा है ते घटना बारे पुछदा है। भीड़ चों एक व्यक्ति अगे आउंदा है ते कहंदा है कि लंबड़दार हाँ, राजा ने मैनूं अपना नुमाइंदा नियुक्त कीता। सो ये सारी कहानी जिहड़ी है वो बांदर दे लई सुनाई है बांदर दे जरिए हाई कोर्ट ने। ਸਾਬਕਾ ਡੀਜੀਪੀ ਸੁਮੇਸ਼ ਸਿੰਘ ਸੈਣੀ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਵੱਡੀ ਰਾਹਤ ਮਿਲੀ ਹੈ। ਜਿਸ ਕਰੀਏ ਪਿਛਲੇ ਕੁਝ ਦਿਨਾਂ ਤੋਂ ਚਾਹੇ ਮੋਹਾਲੀ ਕੋਰਟ ਹੋਏ ਚਾਹੇ ਪੰਜਾਬ ਹਰਿਆਣਾ ਹਾਈ ਕੋਰਟ ਹੋਏ, ਵਿਜੀਲੈਂਸ ਦਾ ਮਾਮਲਾ ਸਾਰਿਆਂ ਨੇ ਦੇਖਿਆ ਲਗਾਤਾਰ ਚਰਚਾ ਵਿੱਚ ਨੇ। ਐਪਲੀਕੇਸ਼ਨ ਉਹਨਾਂ ਦੀ ਲਗਾਤਾਰ ਹਾਈ ਕੋਰਟ ਵਿੱਚ ਚੱਲਦੀਆਂ ਰਹੀਆਂ ਨੇ। ਬਲੈਂਕਟ ਬੇਲ ਦੀ ਵੀ ਗੱਲ ਕਰੀਏ ਤਾਂ ਹੁਣ ਵੱਡਾ ਫੈਸਲਾ ਆਇਆ। ਕੀ ਫੈਸਲਾ ਹੈ? ਉਹਨਾਂ ਦੇ ਐਡਵੋਕੇਟ ਸਾਡੇ ਨਾਲ ਨੇ, APS ਦਿਓਲ, ਗੱਲ ਕਰਾਂਗੇ। ਦਿਓਲ ਸਾਹਿਬ, ਪਹਿਲਾ ਮੇਰਾ ਸਵਾਲ, ਫੈਸਲਾ ਐਗਜ਼ੈਕਟ ਕੀ ਹੈ ਕਿ ਕਿਆ 2022 ਤੱਕ ਦੋਨਾਂ ਨੂੰ ਰਿਲੀਫ ਹੈ ਸਾਰੇ ਕੇਸਾਂ ਵਿੱਚ? ਹਾਂਜੀ, ਉਹ ਤੁਸੀਂ ਬੋਲ ਹੀ ਦਿੱਤਾ। ਨਹੀਂ, ਪਰ ਕੋਰਟ ਦੇ ਆਰਡਰ ਕੀ ਕਹਿੰਦੇ ਆ? ਕੋਰਟ ਦੇ ਆਰਡਰ ਇਹ ਕਹਿੰਦੇ ਆ ਕੰਸੀਡਰਿੰਗ ਇਟ ਟੂ ਬੀ ਏ ਕੇਸ ਆਫ ਐਕਸੈਪਸ਼ਨਲ ਸਰਕਮਸਟੈਂਸ ਐਂਡ ਹਾਰਡਸ਼ਿਪ being caused to the petitioner by the state of Punjab within bracket on political grounds, there will be clear stay for the rest of the petitioner in all cases। ਪੰਜਾਬੀ ਚ ਇਹਨਾਂ ਦੇ ਉੱਤੇ ਜਿੰਨੇ ਕੇਸ ਆ ਉਹਨਾਂ ਸਾਰੇ ਕੇਸਾਂ 'ਚ ਇਹਨਾਂ ਦੀ ਸਟੇ ਆਫ ਅਰੈਸਟ ਰਹੂਗੀ ਔਰ ਲਾਈਕਲੀ ਟੂ ਬੀ ਰਜਿਸਟਰਡ, ਜਿਹੜੇ ਕਿ ਗਾਂ ਨੂੰ
ਸੋਚ ਸਕਦੀ ਹੈ ਗਵਰਨਮੈਂਟ ਇਹਨੂੰ ਫਿਰ ਅੱਗੇ ਇੰਪਲੀਕੇਟ ਕਰਨ ਤੋਂ likely to be arrested or registered or where he is sought to be implicated with the aid of ਜਾਂ ਇਹਨਾਂ ਨੂੰ ਕਿਤੇ ਸਾਜ਼ਿਸ਼ ਦੇ ਤੌਰ ਤੇ 120 ਵੀ ਸਾਜ਼ਿਸ਼ ਕੋਈ ਗਵਰਨਮੈਂਟ ਦੀ ਕੋਈ ਹੋਊਗੀ ਤਜਵੀਜ਼, ਉਹ ਸਾਰਿਆਂ ਤੇ ਪਾਬੰਦੀ ਲਾਤੀ ਗਈ ਹੈ। ਇਹ ਬਲੈਂਕੇਟ ਆਰਡਰ ਆਫ ਪ੍ਰੋਟੈਕਸ਼ਨ ਦਿੱਤਾ ਗਿਆ which is a rarest of the rare order in the history of judiciary। ਇਹ ਸਰਵਿਸ ਦੇ ਦੌਰਾਨ ਤੇ ਸਰਵਿਸ ਦੇ ਬਾਅਦ ਦੇ ਸਾਰੇ ਕੇਸ ਕੰਪਲੀਟ ਹੋ ਗਏ। ਹੁਣ ਹੋਰ ਤੁਹਾਨੂੰ ਇਹੀ ਤਾਂ ਦੱਸਿਆ ਸਾਰਾ। ਸੈਕੰਡ ਇਹਦੇ 'ਚ ਜਿਹੜੀ ਸਟੇ ਆ, ਹਾਂਜੀ। ਜਿਹੜੀ ਉਸ ਤੋਂ ਵੀ ਇੰਪੋਰਟੈਂਟ ਸਟੇ ਆ, ਉਹ ਹੈ ਸਟੇ ਕਲੀਅਰ ਸਟੇ ਆਫ ਕੰਡਕਟਿੰਗ ਫਰਦਰ ਇਨਵੈਸਟੀਗੇਸ਼ਨ ਇਨ ਆਲ ਦਾ ਕੇਸਿਸ। ਹੁਣ ਇਹਦੇ ਤੇ ਮਤਲਬ ਆ ਫਰਦਰ ਇਨਵੈਸਟੀਗੇਸ਼ਨ ਇਨ ਆਲ ਦਾ ਕੇਸਿਸ, ਜਿਹਦੇ 'ਚ ਕਿ ਇਹ ਪਹਿਲਾਂ ਵੀ ਅਕਿਊਜ਼ਡ ਆ ਬਹਿਬਲ ਕਲਾਂ ਤੇ ਕੋਟਕਪੂਰਾ ਫਾਇਰਿੰਗ ਕੇਸ, ਮੌਬ ਵਾਇਲੈਂਸ ਕੇਸ, ਉਹ ਵੀ ਇਨਕਲੂਡ ਆ। ਉਹਦੇ 'ਚ ਵੀ ਫਰਦਰ ਇਨਵੈਸਟੀਗੇਸ਼ਨ, ਜਿਹੜੀ ਇੱਕ ਵਾਰੀ ਇਨਵੈਸਟੀਗੇਸ਼ਨ ਸੈਟੀਸਾਈਡ ਹੋ ਗਈ ਆ ਹਾਈ ਕੋਰਟ ਤੋਂ, ਫਰਦਰ ਸਿਟ ਬਣੀ ਆ ਜਿਹੜੀ LN ਯਾਦਵ ਸਾਹਿਬ ਦੀ, ਉਹਦੇ ਤੇ ਵੀ ਪਾਬੰਦੀ ਇਹ ਲਾਗੂ ਹੋਊਗੀ। ਸਟੇ ਆਫ ਪ੍ਰੋਸੀਡਿੰਗਸ ਐਂਡ ਆਲ ਦਾ ਕੇਸਿਸ, ਫਰਦਰ ਇਨਵੈਸਟੀਗੇਸ਼ਨ ਪੈਂਡਿੰਗ ਅਗੇਂਸਟ ਹਿਮ, ਇਹਨਾਂ ਦੇ ਪ੍ਰਤੀ। ਫਿਰ ਅੱਗੇ ਜਿਹੜੀ ਸਟੇ ਆ ਉਹ ਹੈਗੀ ਆ ਫॉर ਕੰਡਕਟਿੰਗ ਐਨੀ ਇਨਵੈਸਟੀਗੇਸ਼ਨ ਇਨਕਲੂਡਿੰਗ ਐਨੀ ਕਮਿਸ਼ਨ ਅਪਾਇੰਟਡ ਬਾਈ ਦਾ ਸਟੇਟ ਆਫ ਪੰਜਾਬ ਟਿਲ ਫੈਬਰਰੀ 2022। ਇੱਕ ਇਹ ਸਟੇ ਆ। ਚੌਥੀ ਸਟੇ ਆ ਇਹਨਾਂ ਦੀ ਅਪੀਅਰੈਂਸ ਆਫ ਸੁਮੇਧ ਸਿੰਘ ਸੈਣੀ in any trial in any court will be stayed only subject to his moving an application। ਇੱਕ ਅਰਜੀ ਦੇਣੀ ਪਊਗੀ ਐਗਜ਼ੈਂਪਸ਼ਨ ਦੀ, ਉਹ ਵੀ ਸਟੇ ਲਾਗੂ ਰਹੂਗੀ ਫੈਬਰਰੀ 2022 ਤੱਕ। ਇਸ ਤੋਂ ਕਲੀਅਰ ਇੰਡੀਕੇਸ਼ਨ ਆ ਆਫ ਕਲੀਅਰ ਪੋਲੀਟੀਕਲ ਵਿੰਡਿਕਟਿਵਨੈਸ ਬਾय ਦ ਗਵਰਨਮੈਂਟ in implicating him in a case after case and then flouting the orders of the high court। ਉਲੰਘਣਾ ਹਾਈ ਕੋਰਟ ਦੇ ਆਰਡਰਾਂ ਦੀ ਟਾਈਮ ਐਂਡ ਅਗੇਨ ਕਰਨ ਦੇ ਨਤੀਜੇ ਤੋਂ ਇਹ ਕੋਰਟ ਨੇ ਇਸ ਮਤਲਬ ਇਹ ਇੰਨਾ ਸਟ੍ਰਿਕਟ ਵਿਊ ਲਿਆ ਕਿ ਵੀ ਕੋਰਟ ਦੇ ਆਰਡਰਾਂ ਦੀਆਂ ਉਲੰਘਣਾ ਕਰਕੇ ਔਨ ਦਾ ਫੇਸ ਆਫ ਦਾ ਹਾਈ ਕੋਰਟ ਆਰਡਰਸ ਆਰ ਬੀਇੰਗ ਵਾਇਲੇਟਡ। ਇੱਕ ਹੋਰ ਬੜੀ ਅਹਿਮ ਗੱਲ ਕੋਰਟ ਨੇ ਇਹਦੇ 'ਚ ਟਿੱਪਣੀ ਕੀਤੀ ਆ ਕਿ ਇੱਕ ਵਿਜੀਲੈਂਸ ਦਾ ਆਫਿਸਰ, ਇੱਕ DSP ਰੈਂਕ ਦਾ ਆਫਿਸਰ ਚੀਫ ਜਸਟਿਸ ਸਾਹਿਬ ਨੂੰ ਮੇਲ ਕਰ ਰਿਹਾ ਕਿ ਇਹ ਕੇਸ ਇਸ ਪਾਰਟਿਕੂਲਰ ਕੋਰਟ 'ਚੋਂ ਵਿਡਰਾਅ ਕੀਤਾ ਜਾਵੇ। ਜੇ ਇੱਥੇ ਤੱਕ ਉਹ ਕਹਿੰਦੇ ਪਹੁੰਚ ਗਈ ਆ ਸਿਚੁਏਸ਼ਨ, ਫਿਰ ਉਹਨਾਂ ਨੇ ਲਿਖਿਆ ਕਿ ਡਿਸਟ੍ਰਿਕਟ ਜੁਡੀਸ਼ਰੀ, ਹਾਈ ਕੋਰਟ ਐਂਡ ਸੁਪਰੀਮ ਕੋਰਟ to ensure that the criminal law does not become a weapon of selective harassment of citizens, the court should be live to both ends of the spectrum। ਮਤਲਬ ਇੱਕ ਸਕੋਪ ਨੂੰ ਹਾਈ ਕੋਰਟ ਦੇ ਲੈਵਲ ਤੇ ਬਹੁਤ ਜ਼ਿਆਦਾ ਵਾਈਡਨ ਕੀਤਾ ਇਨ ਵਿਊ ਆਫ ਅਰਨਬ ਗੋਸਵਾਮੀ ਜਜਮੈਂਟ ਰੈਂਡਰਡ ਬਾਈ ਦ ਸੁਪਰੀਮ ਕੋਰਟ, ਕਿ ਜਿੱਥੇ ਇਹ ਹਾਲਾਤ ਬਣ ਜਾਣ ਉੱਥੇ ਕੋਰਟ ਕੋਲ ਜਿਹੜੀ ਪਾਵਰ ਆ ਉਹ ਐਂਡਲੈਸ ਆ ਫਿਰ ਟੂ ਮੇਨਟੇਨ ਰੂਲ ਆਫ ਲਾਅ ਸੋ ਦੈਟ ਦੇਰ ਇਜ਼ ਨੋ ਸਿਲੈਕਟਿਵ ਟਾਰਗੇਟਿੰਗ ਆਫ ਐਨੀ ਇੰਡੀਵਿਜੂਅਲ। ਇਹ ਤੁਸੀਂ ਬੜਾ ਵਾਈਡ ਆਰਡਰ ਜਿਹੜਾ ਆਇਆ ਪੜ੍ਹ ਕੇ ਵੀ ਸੁਣਾਇਆ, ਵੀ ਦੱਸਤਾ ਕਿ ਕੋਈ ਵੀ ਕੇਸ ਹੋਏ, ਚਾਹੇ ਵਿਜੀਲੈਂਸ ਦਾ ਹੈ, ਕੋਈ ਵੀ ਹੋਏ, ਸਾਰੇ ਵਿੱਚ ਹੁਣ ਕਲੈਰਿਟੀ ਹੋ ਗਈ। ਚਾਰੋਂ ਜਿਹੜੀਆਂ ਕੰਡੀਸ਼ਨਸ ਆ ਉਹ ਤੁਹਾਨੂੰ ਦੱਸਤੀਆਂ। ਸੋ ਬਿਲਕੁਲ, ਔਰ ਜ਼ਿਆਦਾ ਜਾਣਕਾਰੀ ਦੇ ਲਈ ਫੋਨ ਲਾਈਨ ਤੇ ਜੁੜੇ ਨੇ ਸਾਡੇ ਨਾਲ ਉਮੇਸ਼ ਸ਼ਰਮਾ ਜੀ। ਉਮੇਸ਼, ਕੀ ਸਮਝਿਆ ਜਾਵੇ ਕਿ ਹੁਣ ਪੂਰੀ ਤਰ੍ਹਾਂ ਦੇ ਨਾਲ ਰਾਹਤ ਹੈ ਸੁਮੇਧ ਸੈਣੀ ਹੋਰਾਂ ਨੂੰ? ਦੇਖੋ ਗੁਰਜੋਤ, ਜਿਹੜਾ ਇਹ ਆਰਡਰ ਹੈ, ਜਿੱਦਾਂ ਹੁਣ APS ਦਿਓਲ ਨੇ ਵੀ ਦੱਸਿਆ, ਕਲੀਅਰ ਸਟੇ ਵਾਰ-ਵਾਰ ਵਰਡ ਯੂਜ਼ ਕੀਤਾ ਗਿਆ ਤੇ ਸੁਮੇਧ ਸਿੰਘ ਸੈਣੀ ਨੂੰ ਲੈ ਕੇ ਸਾਫ਼ ਕਿਹਾ ਗਿਆ ਕਿ ਪੋਲੀਟੀਕਲ ਮਾਈਲੇਜ ਜਿਹੜੀ ਹੈਗੀ ਹੈ ਉਹ ਸੁਮੇਧ ਸਿੰਘ ਸੈਣੀ ਦੇ ਰਾਹੀਂ ਸਰਕਾਰ ਯੂਜ਼ ਕਰ ਸਕਦੀ ਹੈ। ਔਰ ਕਿਤੇ ਨਾ ਕਿਤੇ ਤੁਸੀਂ ਇਸ ਆਰਡਰ ਦੀ, ਜੇ ਮੈਂ ਮੁੱਖ ਬਿੰਦੂ ਦੀ ਗੱਲ ਕਰਾਂ, ਮੁੱਖ ਪਹਿਲੂਆਂ ਦੀ ਗੱਲ ਕਰਾਂ, ਕੋਟਕਪੂਰਾ ਗੋਲੀकांड ਹੋਏ, ਚਾਹੇ ਬਹਿਬਲ ਕਲਾਂ ਗੋਲੀकांड ਹੋਏ, ਪੰਜਾਬ ਵਿਜੀਲੈਂਸ ਦੇ 11 ਨੰਬਰ FIR ਹੋਈ, 13 ਨੰਬਰ FIR ਹੋਏ, ਕੋਈ ਵੀ ਕੇਸਿਸ ਹੋਏ, ਬਾਏ ਬਲਵੰਤ ਮੁਲਤਾਨੀ ਵਾਲੇ ਕੇਸ ਨੂੰ ਛੱਡ ਕੇ, ਕਿਉਂਕਿ ਉਹ ਸੁਪਰੀਮ ਕੋਰਟ ਵੀ ਚੱਲਦਾ ਪਿਆ ਤੇ ਕੋਰਟ ਨੇ ਕਲੀਅਰ ਕੱਟ ਦੱਸਿਆ, ਪੰਚਤੰਤਰ ਦੀ ਕਹਾਣੀ ਦਾ ਜ਼ਿਕਰ ਕੀਤਾ, ਉਹਦੇ ਵਿੱਚ ਸਾਫ਼ ਜਿਹੜੀ ਉਹ ਕਹਾਣੀ ਦੱਸੀ ਹੈ, ਕੋਰਟ ਨੇ ਸਾਫ਼ ਇਸ਼ਾਰਾ ਕੀਤਾ ਹੈ ਕਿ ਕੌਣ ਕਿੱਦਾਂ ਕੀ ਰੋਲ ਨਿਭਾ ਰਿਹਾ। ਤਾਂ ਬਾਰ-ਬਾਰ ਕਿਹਾ ਕਿ ਸਰਕਾਰ ਜਿਹੜੀ ਪੰਜਾਬ ਪੁਲਿਸ ਹੈ ਬਾਰ-ਬਾਰ ਕੋਰਟ ਦੇ ਆਰਡਰ ਨੂੰ, ਜਿਹੜੇ 2018 ਤੋਂ ਲੈ ਕੇ ਹੁਣ ਤੱਕ ਆਰਡਰ ਨੇ ਸੈਣੀ ਦੇ, ਸੁਮੇਧ ਸਿੰਘ ਸੈਣੀ ਦੇ ਮਾਮਲੇ ਵਿੱਚ, ਉਹਨੂੰ ਓਵਰਰੀਚ ਕੀਤਾ ਗਿਆ। ਤੇ ਐਗਜ਼ਾਮਪਲ ਵੀ ਦਿੱਤਾ ਗਿਆ ਗੁਰਜੋਤ ਕਿ ਜਿੱਦਾਂ ਹੁਣ ਵਿਜੀਲੈਂਸ ਵਾਲਾ ਇੱਕ ਅਫਸਰ ਚੀਫ ਜਸਟਿਸ ਨੂੰ ਮੇਲ ਕਰਕੇ ਕਹਿੰਦਾ ਹੈ ਕਿ ਜਸਟਿਸ ਤਿਆਗੀ ਦੇ ਕੋਰਟ 'ਚ ਕੇਸ ਨਹੀਂ ਲੱਗਣਾ ਚਾਹੀਦਾ, ਉਹ ਵੀ ਉਹਨਾਂ ਨੇ ਜ਼ਿਕਰ ਕੀਤਾ। ਨਾਲੇ ਇਹ ਵੀ ਕੋਰਟ ਨੇ ਜ਼ਿਕਰ ਕੀਤਾ, ਲਾਈਨ ਇਹ ਵੀ ਹੈਗੀ ਹੈ ਕਿ ਕਈ ਇਹੋ ਜਿਹੇ ਕੇਸ MP MLAs ਦੇ ਖਿਲਾਫ ਚੱਲ ਰਹੇ ਨੇ, ਸਿਟਿੰਗ ਚੀਫ ਮਿਨਿਸਟਰ ਦੇ ਖਿਲਾਫ ਵੀ ਐਲੀਗੇਸ਼ਨਸ ਨੇ। ਤਾਂ ਇਹ ਨਿਆਂ ਪ੍ਰਕਿਰਿਆ ਜਿਹੜੀ ਹੈਗੀ ਉਹ ਆਪਣੇ ਹਿਸਾਬ ਨਾਲ ਚੱਲਦੀ ਹੈ ਔਰ ਕਲੀਅਰ ਕੱਟ ਸਟੇ ਕਿ ਕੋਈ ਵੀ ਮਾਮਲੇ ਵਿੱਚ ਜਾਂ ਤੁਸੀਂ ਫਿਊਚਰ ਕੋਈ ਮਾਮਲਾ ਸੋਚ ਰਹੇ ਹੋ ਉਹਦੇ ਵਿੱਚ ਵੀ ਸੁਮੇਧ ਸਿੰਘ ਸੈਣੀ ਨੂੰ 2022 ਤੱਕ ਤੁਸੀਂ ਅਰੈਸਟ ਨਹੀਂ ਕਰ ਸਕਦੇ ਹੋ। ਕੋਈ ਤੁਹਾਡਾ ਜਾਂਚ ਕਮਿਸ਼ਨ ਇਹ ਵੀ ਸਾਫ਼ ਕਰਤਾ, ਕੋਈ ਵੀ ਜਾਂਚ ਕਮਿਸ਼ਨ ਜੇ ਦੁਬਾਰਾ ਕੋਈ ਪੰਜਾਬ ਸਰਕਾਰ ਬਣਾਉਂਦੀ ਹੈ ਤੁਸੀਂ ਸੁਮੇਧ ਸਿੰਘ ਸੈਣੀ ਨੂੰ ਅਰੈਸਟ ਨਹੀਂ ਕਰ ਸਕਦੇ ਹੋ। ਔਰ ਜਿਹੜੇ ਆਰਡਰਾਂ ਦਾ ਬਾਰ-ਬਾਰ ਉਲੰਘਣਾ ਜ਼ਿਕਰ
ਦਿਓਲ APS ਦਿਓਲ ਵੀ ਕਰ ਰਹੇ ਸੀ, ਜੀ। ਉਹ ਪਹਿਲਾਂ ਵੀ ਆਰਡਰ 'ਚ ਜ਼ਿਕਰ ਆਇਆ ਸੀ ਜਦੋਂ ਪਹਿਲੀ ਪਟੀਸ਼ਨ ਲੱਗਦੀ ਸੀ। ਹੁਣ ਇਹ ਪੂਰਾ ਇੱਕ ਪ੍ਰੋਟੈਕਸ਼ਨ ਆਰਡਰ 2022 ਤੱਕ ਸੁਮੇਧ ਸਿੰਘ ਸੈਣੀ ਨੂੰ ਮਿਲ ਚੁੱਕਿਆ। ਜੀ ਠੀਕ ਹੈ ਉਮੇਸ਼, ਫਿਲਹਾਲ ਜਾਣਕਾਰੀ ਦੇ ਲਈ ਬਹੁਤ ਬਹੁਤ ਧੰਨਵਾਦ ਹੈ। ਸੋ 2022 ਦੀਆਂ ਚੋਣਾਂ ਤੋਂ ਪਹਿਲਾਂ ਗ੍ਰਿਫਤਾਰੀ ਨਹੀਂ ਹੋ ਸਕਦੀ, ਹਾਲਾਂਕਿ ਪੂਰਨ ਤੌਰ ਤੇ ਇਹ ਕਹਿ ਸਕਦੇ ਹਾਂ ਇੱਕ ਸੁਰੱਖਿਆ ਕਵਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਸੁਮੇਧ ਸੈਣੀ ਹੋਰਾਂ ਨੂੰ ਦਿੰਦਾ ਹੋਇਆ ਨਜ਼ਰ ਆਇਆ। ਔਰ ਥੋੜੀ ਦੇਰ ਪਹਿਲਾਂ ਗੱਲਬਾਤ ਕੀਤੀ ਸੀ ਕੁਲਦੀਪ ਸਿੰਘ ਵੈਦ ਦੇ ਨਾਲ, ਕਾਂਗਰਸ ਵਿਧਾਇਕ ਨੇ, ਉਹ ਵੀ ਸੁਣ ਲੈਂਦੇ। ਦੇਖੋ, ਅਸੀਂ ਆਨਰੇਬਲ ਹਾਈ ਕੋਰਟ ਦੇ ਹਰ ਡਿਸੀਜਨ ਦੀ, ਜੁਡੀਸ਼ਰੀ ਦੇ ਡਿਸੀਜਨ ਦੀ ਕਦਰ ਕਰਦੇ ਹਾਂ। ਸਾਰੇ ਹਿੰਦੁਸਤਾਨੀ ਇਸ ਗੱਲ ਨੂੰ ਮੰਨਦੇ ਆ ਜੀ, ਲੇਕਿਨ ਇਹੋ ਜਿਹੇ ਜਿਹੜਾ ਹਾਈ ਪ੍ਰੋਫਾਈਲ ਕੇਸ ਸੀ ਉਹਨੂੰ ਬਲੈਂਕਟ ਬੇਲ ਦੇਣਾ ਕਿ ਵੀ ਇਹ ਜੀ ਅਗਲੀ ਇਲੈਕਸ਼ਨ ਤੱਕ ਨਹੀਂ, ਫਿਰ ਕਾਂਗਰਸ ਦੀ ਸਰਕਾਰ ਫਿਰ ਬਣ ਜਾਏਗੀ, ਫਿਰ ਇਹੋ ਜਿਹਾ ਕੋਈ ਹੋਰ ਫੈਸਲਾ ਆ ਜਾਏਗਾ, ਇਹ ਗੱਲਾਂ ਸਾਡੇ ਪੰਜਾਬੀਆਂ ਦੇ ਮਨਾਂ ਦੇ ਵਿੱਚ ਡਾਈਜੈਸਟ ਨਹੀਂ ਹੁੰਦੀਆਂ। ਜੀ ਕੋਰਟ ਨੇ ਵਿਊ ਲਿਆ, ਠੀਕ ਹੈ, ਅਸੀਂ ਉਹਦੀ ਆਨਰੇਬਲ ਕੋਰਟ ਨੇ ਜੋ ਡਿਸੀਜਨ ਲਿਆ ਮੰਨਦੇ ਆ, ਪਰ ਡਾਈਜੈਸਟ ਨਹੀਂ ਹੋ ਰਿਹਾ ਇਹ। ਇਹਦੀ ਚਾਹੀਦਾ ਤਾਂ ਸੀ ਇਹਦਾ ਡਿਸੀਜਨ ਕੋਈ ਹੋਰ ਬਣਨਾ। ਆਮ ਨਾਟ ਜੱਜ ਸਾਹਿਬ ਨੇ ਤਾਂ ਜੋ ਫੈਸਲਾ ਸੁਣਾਉਣਾ ਸੀ ਸੁਣਾਤਾ, ਬਟ ਇਹ ਗੱਲਾਂ ਸਾਡੇ ਨਹੀਂ ਡਾਈਜੈਸਟ ਹੋ ਰਹੀਆਂ ਕਿ ਯਾਰ ਉਹਨੂੰ ਅਗਲੀ ਉਹਦੇ ਤੱਕ ਬੇਲ ਦੇ ਦੇਣੀ। ਇੱਕ ਬੰਦੇ ਦੇ ਖਿਲਾਫ FIR ਹੋਈ ਹੈ, ਸਾਰਾ ਕੁਝ ਹੋਇਆ, ਜਾਂ ਤਾਂ ਸਾਰੀਆਂ ਅਦਾਲਤਾਂ ਇਹ ਫੈਸਲਾ ਕਰ ਦੇਣ ਬਈ ਜਿੰਨੀ ਦੇਰ ਤੱਕ ਇਲੈਕਸ਼ਨ ਨਹੀਂ ਹੁੰਦੀ, ਜਿੰਨੇ ਹੋਰ ਵੀ ਕੇਸਿਸ FIRਾਂ ਦਰਜ ਨੇ ਉਹਨਾਂ ਵਿੱਚ ਵੀ ਕੋਈ ਕਾਰਵਾਈ ਨਾ ਕਰੋ, ਅਗਲੀ ਸਰਕਾਰ ਦੇਖ ਲੇਗੀ, ਫਿਰ ਉਸ ਤੋਂ ਅਗਲੀ ਸਰਕਾਰ ਦੇਖ ਲੇਗੀ। ਜੀ ਇਹ ਸਿਸਟਮ ਨਹੀਂ ਠੀਕ ਲੱਗਿਆ। ਮੈਂ ਕ੍ਰਿਟਿਸਿਜ਼ਮ 'ਚ ਨਹੀਂ ਪੈ ਸਕਦਾ ਕਿਉਂਕਿ ਅਸੀਂ ਆਨਰੇਬਲ ਹਾਈ ਕੋਰਟ ਦੇ ਜਿਹੜੀ ਵੀ ਜੱਜਮੈਂਟ ਆ ਉਹਨੂੰ ਐਜ਼ ਇਟ ਇਜ਼ ਮੰਨਦੇ ਆ। ਬੇਨਤੀ ਇਹ ਕਰਨੀ ਚਾਹੁੰਦਾ, ਫਿਰ ਮਾਨਯੋਗ ਅਦਾਲਤਾਂ ਨੂੰ ਇਹ ਵੀ ਫੈਸਲੇ ਕਰ ਦੇਣੇ ਚਾਹੀਦੇ ਆ ਬਈ ਟਿਲ ਇਲੈਕਸ਼ਨ ਜਿਹੜੇ ਆ 5-6 ਕੇਸ ਆ, ਕੋਈ FIR ਨਹੀਂ ਦਰਜ ਹੋਏਗੀ, ਕੋਈ ਕ੍ਰਾਈਮ ਨੂੰ ਕੁਝ ਨਹੀਂ ਹੋਏਗਾ, ਇਹ ਵੀ ਕਰ ਦੇਣਾ ਚਾਹੀਦਾ ਫੈਸਲਾ ਸਾਡੇ ਮਾਨਯੋਗ ਅਦਾਲਤਾਂ ਨੂੰ। ਇਹ ਤਾਂ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਵੀ ਇਹ ਡਾਈਜੈਸਟ ਨਹੀਂ ਹੁੰਦਾ। ਇੱਧਰ ਫੈਸਲਾ ਮੇਰੇ ਤਾਂ ਨਹੀਂ ਜੀ ਡਾਈਜੈਸਟ ਹੁੰਦਾ ਹੈਗਾ। ਆਨਰੇਬਲ ਹਾਈ ਕੋਰਟ ਕੋਲੇ ਦੇਖੋ ਪਾਵਰਸ ਹੈ, ਉਹਨਾਂ ਨੇ ਨਿਆਂ ਪ੍ਰਣਾਲੀ ਵੇਖਣੀ ਹੈ, ਬਟ ਕੁਝ ਐਸੇ ਮਸਲੇ ਨੇ ਜਿਹਦੇ ਵਿੱਚ ਲੋਕਾਂ ਦੇ ਮਨਾਂ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਆ। ਕੁਝ ਐਸੇ ਹੁਕਮ ਨੇ ਜਿਹੜੇ ਲੋਕਾਂ ਦੇ ਮਨਾਂ ਦੇ ਵਿੱਚੋਂ ਥੱਲੇ ਨਹੀਂ ਉਤਰਦੇ। ਜੀ ਅਸੀਂ ਮਾਨਯੋਗ ਹਾਈ ਕੋਰਟ ਜਾਂ ਆਨਰੇਬਲ ਸੁਪਰੀਮ ਕੋਰਟ ਦੀ ਕਿਸੇ ਵੀ ਜੱਜਮੈਂਟ ਤੇ ਕਿੰਤੂ ਪਰੰਤੂ ਨਹੀਂ ਕਰਦੇ, ਬਟ ਇੰਨਾ ਕੁ ਜ਼ਰੂਰ ਹੱਕ ਹਿੰਦੁਸਤਾਨ ਦੇ ਲੋਕਾਂ ਨੂੰ ਆ ਕਿ ਜਦੋਂ ਕੋਈ ਇਹੋ ਜਿਹੀ ਜੱਜਮੈਂਟ ਆਉਂਦੀ ਆ ਉਹਦੀ ਵਿਆਖਿਆ ਤਾਂ ਜ਼ਰੂਰ ਹੋ ਜਾਂਦੀ। ਸੋ ਫਿਲਹਾਲ ਇਹ ਗੱਲਬਾਤ ਜਿਹੜੀ ਹੈ ਉਹ ਕੀਤੀ ਹੈ। ਔਰ ਅੱਗੇ ਵਧਾਂਗੇ ਤੇ ਵੱਡੀ ਖਬਰ ਹੈ, ਕੀਰਤਪੁਰ ਸਾਹਿਬ ਦੇ ਨੇੜੇ ਕਿਸਾਨਾਂ ਦਾ ਧਰਨਾ ਜਿਹੜਾ ਹੈ ਉਹ ਚੱਲ ਰਿਹਾ ਹੈ। ਚੰਡੀਗੜ੍ਹ ਮਨਾਲੀ ਮੁੱਖ ਮਾਰਗ ਤੇ ਧਰਨਾ ਲਾਇਆ ਔਰ ਮੱਕੀ ਦੀ ਫਸਲ ਦੇ ਵਿੱਚ ਜਿਹੜੀ ਸੁੰਡੀ ਲੱਗੀ ਉਸ ਤੋਂ ਬਾਅਦ ਨੁਕਸਾਨ ਹੋਇਆ ਤੇ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ। ਸੋ ਕਰਤਾਰਪੁਰ ਸਾਹਿਬ ਕੀਰਤਪੁਰ ਸਾਹਿਬ ਦੇ ਨੇੜੇ ਕਿਸਾਨਾਂ ਦੇ ਧਰਨਾ ਦਿੱਤਾ। ਚੰਡੀਗੜ੍ਹ ਮਨਾਲੀ ਮੁੱਖ ਮਾਰਗ ਤੇ ਧਰਨਾ ਜਿਹੜਾ ਹੈ ਉਹ ਲਗਾਇਆ ਔਰ ਮੱਕੀ ਦੇ ਫਸਲ ਦੇ ਨੁਕਸਾਨ ਦਾ ਜਿਹੜਾ ਮੁਆਵਜ਼ਾ ਮੰਗਿਆ ਗਿਆ। ਸੁੰਡੀ ਦੇ ਨਾਲ ਮੱਕੀ ਦਾ ਫਸਲ ਦਾ ਵੱਡਾ ਨੁਕਸਾਨ ਹੋਇਆ। ਸੋ ਕਿਸਾਨਾਂ ਦੇ ਧਰਨੇ ਤੋਂ ਬਾਅਦ ਡਾਇਵਰਟ ਕੀਤੇ ਗਏ ਨੇ ਰੂਟ ਔਰ ਕਿਸਾਨਾਂ ਦਾ ਧਰਨਾ ਜਿਹੜਾ ਚੱਲ ਰਿਹਾ ਔਰ ਹੁਣ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ। ਤਾਂ ਅਸੀਂ ਕਿ ਵੱਖੋ-ਵੱਖ ਕਈ ਮਸਲੇ ਨੇ ਔਰ ਇਸ ਤੋਂ ਪਹਿਲਾਂ ਵੀ ਗੰਨੇ ਦੇ ਰੇਟ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਧਰਨਾ ਲਾਇਆ ਗਿਆ ਸੀ। ਜੇਕਰ ਖਾਸ ਤੌਰ ਤੇ ਪੰਜਾਬ 'ਚ ਵੱਖੋ-ਵੱਖ ਮਸਲਿਆਂ ਦੀ ਗੱਲ ਕਰੀਏ, ਕਿਸਾਨਾਂ ਨੇ ਸਿਖਾ ਦਿੱਤਾ